ਦਿਓ ਹੁਣ ਕੀ ਕਰ ਲਿਆ ਨਾ ਮੋੜ ਕੇ ਨਾਲ ਜਾਣਾ ਹੋਵੇ चाली भाई करवा दो यार सेटिंग इधर देखो हाँ जी मैम जी मैं क्या बिस्कुट वाले करा रहे लड्डू ले रखा जी थले इधर प्याज आज भुख नहीं लगी अब देखो आज कोई अपना नीवा का मजबूत रखना हां ओके थैंक यू कोई नहीं बात की बात जगह ही निकले मैं बहुत बहुत धन्यवाद करता ਉਹਨਾਂ ਵਲੰਟੀਅਰਾਂ ਦਾ ਪਹਿਲਾਂ ਤਾਂ ਸਾਰਿਆਂ ਤੋਂ ਜਿਨ੍ਹਾਂ ਨੇ ਸਰਕਾਰ ਬਣਾਈ। ਸਰਕਾਰ ਬਣਾਉਣ ਤੋਂ ਬਾਅਦ ਐਮਐਲਏ ਬਣ ਕੇ ਸਰਕਾਰ ਬਣੀ। ਸਰਕਾਰ ਬਣਨ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ, ਜਿਨ੍ਹਾਂ ਨੇ ਦੂਜੀਆਂ ਸਰਕਾਰਾਂ ਦੀ ਤਰ੍ਹਾਂ ਜਿਵੇਂ ਪਹਿਲੀਆਂ ਸਰਕਾਰਾਂ ਕਰਦੀਆਂ ਸੀਗੀਆਂ ਵੀ ਜਿਹੜੀਆਂ ਇਹ ਚੇਅਰਮੈਨੀਆਂ ਹੁੰਦੀਆਂ ਸੀਗੀਆਂ
ਪਹਿਲਾਂ ਤਾਂ 4.5 ਸਾਲ ਦਿੱਤੀਆਂ ਨਹੀਂ ਜਾਂਦੀਆਂ ਸੀਗੀਆਂ ਔਰ ਜਿਹੜੇ ਕੰਮ ਹੁੰਦੇ ਸੀਗੇ ਸਰਕਾਰਾਂ ਦੇ ਉਹ ਰੁਕੇ ਹੀ ਰਹਿੰਦੇ ਸੀਗੇ। ਪਰੰਤੂ ਭਗਵੰਤ ਮਾਨ ਸਾਹਿਬ ਜੀ ਦਾ, ਮੁੱਖ ਮੰਤਰੀ ਸਾਹਿਬ ਜੀ ਦਾ ਅਤੇ ਸਾਡੇ ਮਾਣਯੋਗ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਜੀ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਇਹ ਜਿਹੜਾ ਅਹੁਦਾ ਦਿੱਤਾ ਔਰ ਪਹਿਲੀਆਂ ਦੇ ਵਿੱਚ ਹੀ ਦਿੱਤਾ। 5-6 ਮਹੀਨੇ ਹੀ ਹੋਏ ਸੀ ਸਰਕਾਰ ਬਣੀ ਨੂੰ ਔਰ ਇਹ ਇੱਕ ਆਮ ਘਰ ਦੇ ਆਮ ਇਨਸਾਨ ਨੂੰ ਦਿੱਤਾ। ਇਸ ਲਈ ਇਹ ਜਿਹੜੀ ਬਦਲਾਅ ਦੀ ਗੱਲ ਹੁੰਦੀ ਸੀਗੀ ਪਹਿਲਾਂ ਵੀ ਇਹ ਬਦਲਾਅ ਕਿਵੇਂ ਆਊਗਾ, ਇੱਥੋਂ ਸਾਬਤ ਹੁੰਦਾ ਹੈ ਕਿ ਜਿਹੜਾ ਬਦਲਾਅ ਇਹ ਆ ਗਿਆ। ਕੀ ਤੁਹਾਡੇ ਵੱਲੋਂ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਸ਼ਹਿਰ ਨੂੰ? ਅਹੁਦਾ ਸੰਭਾਲਿਆ ਜੀ ਹਜੇ ਤਾਂ, ਇਸ ਤੋਂ ਬਾਅਦ ਵਿੱਚ ਵੇਖਾਂਗੇ ਕੀ ਇੱਥੇ ਕਰਨ ਵਾਲੇ ਹੈਗੇ ਆ, ਕੀ ਕਾਰਜ ਆ। ਜਿਹੜੀਆਂ ਖਾਲੀ ਜਗ੍ਹਾ ਪਈਆਂ ਜਿੰਦੇ ਵਿੱਚ ਕੁਝ ਬਣਨ ਵਾਲਾ, ਕੋਈ ਬਿਲਡਿੰਗਾਂ ਵਗੈਰਾ ਜਿਹੜੀਆਂ ਬਣਾਉਣ ਵਾਲੀਆਂ ਉਹ ਬਣਾਈਆਂ ਜਾਣਗੀਆਂ। ਕੁਝ ਜਿਹੜੀਆਂ ਜਗ੍ਹਾ ਵਾਧੂ ਪਈਆਂ ਪੁੱਡਾ ਕੋਲ ਜਾਂ ਹੋਰ ਕੋਈ, ਉਹ ਲੈ ਕੇ ਆਪਦੇ ਅੰਡਰ 'ਚ ਕਰਕੇ ਉਹਨਾਂ ਨੂੰ, ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਵੀ ਪਈਆਂ ਵਧੀਆ ਜਗ੍ਹਾ ਨੇ, ਉਹ ਐਵੇਂ ਹੀ ਪਈਆਂ ਵਿਅਰਥ ਪਈਆਂ, ਉਹਨਾਂ ਨੂੰ ਲੈ ਕੇ ਉਹਨਾਂ ਨੂੰ ਉਹਦੇ 'ਤੇ ਅਪਰੂਵ ਕਰਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਉਹਨਾਂ 'ਤੇ ਕੰਪਲੈਕਸ ਮਾਲ ਵਗੈਰਾ ਬਣਾ ਕੇ ਉਹਨਾਂ ਨੂੰ ਜਿਵੇਂ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਉਸ ਹਿਸਾਬ ਨਾਲ ਉਹਨਾਂ ਨੂੰ ਦਿੱਤਾ ਜਾਊਗਾ। ਸਤਿ ਸ਼੍ਰੀ ਅਕਾਲ ਜੀ। ਸੋ ਅਸੀਂ ਅੱਜ ਇੱਥੇ ਆਏ ਹਾਂ, ਸਾਰੀ ਪਾਰਟੀ ਇਕੱਠੀ ਹੋਈ ਹੈ, ਇਲਾਕੇ ਦੇ ਸਾਰੇ ਨਿਵਾਸੀ ਇਕੱਠੇ ਹੋਏ ਨੇ, ਵਰਕਰ ਇਕੱਠੇ, ਵਲੰਟੀਅਰ ਇਕੱਠੇ ਹੋਏ ਨੇ ਔਰ ਦੀਪਕ ਅਰੋੜਾ ਜੀ ਦਾ ਅੱਜ ਉਹਨਾਂ ਨੂੰ ਅਸੀਂ ਕੁਰਸੀ ਬਿਠਾਵਾਂਗੇ ਔਰ ਕੰਟਰੋਲ ਸਾਂਭਣਗੇ, ਇੰਚਾਰਜ ਬਣਨਗੇ ਅੱਜ ਇੰਪਰੂਵਮੈਂਟ ਟਰਸਟ ਮੋਗਾ ਦੇ। ਪਹਿਲਾਂ ਵੀ ਇੰਪਰੂਵਮੈਂਟ ਟਰਸਟ ਨੇ ਬਹੁਤ ਕੰਮ ਕੀਤੇ ਆ, ਪਰ ਕੁਝ ਦੇਰ ਤੋਂ ਡਿਫੰਕਟ ਜਿਹੇ ਹੋ ਗਏ ਨੇ, ਮਤਲਬ ਕੰਮ ਕਰਨਾ ਸਾਰੇ ਇੰਪਰੂਵਮੈਂਟ ਟਰਸਟਾਂ ਨੇ ਬੰਦ ਕਰਤਾ। ਸੋ ਸਾਡੀ ਕੋਸ਼ਿਸ਼ ਹੈ ਕਿ ਰਿਵਾਈਵ ਕੀਤਾ ਜਾਵੇ ਔਰ ਸਾਡੇ ਔਨ ਦਾ ਗਰਾਊਂਡ ਵਲੰਟੀਅਰ ਹੋਣੇ ਚਾਹੀਦੇ ਨੇ, ਕਿਉਂਕਿ ਨਾ ਤਾਂ ਮਿਨਿਸਟਰ ਨਾ ਕੋਈ ਜਿਹੜੀ ਸੈਂਟਰ ਜਥੇਬੰਦੀ ਹੁੰਦੀ ਉਹ ਵੀ ਬਹੁਤਾ ਕੰਮ ਕਰ ਸਕਦੀ ਹੈ, ਲੋਕਲ ਸਾਡੇ ਕੋਲ ਬੰਦੇ ਚਾਹੀਦੇ ਨੇ। ਸੋ ਦੀਪਕ ਅਰੋੜਾ ਜੀ ਦੇ ਇੱਥੇ ਆਉਣ ਨਾਲ ਮੈਨੂੰ ਪੱਕਾ ਯਕੀਨ ਹੈ ਕਿ ਇੰਪਰੂਵਮੈਂਟ ਟਰਸਟ ਬਹੁਤ ਜ਼ਿਆਦਾ ਸੁਧਾਰ ਹੋਏਗਾ, ਕਿਉਂਕਿ ਪੁਰਾਣੇ ਵਲੰਟੀਅਰ ਨੇ ਉਹ ਇਥੋਸ ਪਛਾਣਦੇ ਆ, ਜਿਹੜੀ ਸਾਡੀ ਪਾਰਟੀ ਦੀ ਸੋਚ ਹੈ ਉਹ ਪਛਾਣਦੇ ਆ ਅਤੇ ਉਹ ਸੋਚ ਨੂੰ ਲੈ ਕੇ ਅੱਗੇ ਚੱਲਣਗੇ ਕਿ ਡਿਵੈਲਪਮੈਂਟ ਕਰੀਏ ਸ਼ਹਿਰ ਦੀ, ਜਿਹੜੀਆਂ ਕਾਲੋਨੀਆਂ ਬਣੀਆਂ ਉਹਨਾਂ ਨੂੰ ਠੀਕ ਕਰੀਏ, ਬਾਕੀ ਬਾਹਰ ਜਾ ਕੇ ਹੋਰ ਕਾਲੋਨੀਆਂ ਸੋਹਣੀਆਂ ਬਣਾਈਏ ਜਿਹਦੇ ਲੋਕਾਂ ਨੂੰ ਰੀਜ਼ਨੇਬਲ ਰੇਟ 'ਤੇ ਚੰਗੀ ਉਹ ਜ਼ਮੀਨ ਮਿਲੇ ਜਿੱਥੇ ਉਹਨਾਂ ਨੂੰ ਕੋਈ ਲੜਾਈ ਝਗੜਾ, ਕੋਈ ਉਹਦੇ 'ਚ ਕੋਈ ਕੇਸ ਕੂਸ ਨਾ ਹੋਣ, ਕੋਈ ਵਿਵਾਦ ਨਾ ਹੋਵੇ। ਸੋ ਇਹ ਇੰਪਰੂਵਮੈਂਟ ਦਾ ਕੰਮ ਹੈ ਤੇ ਉਹ ਇੰਪਰੂਵਮੈਂਟ ਕਰੇਗਾ। ਐਮਸੀਡੀ ਚੋਣਾਂ ਦੇ ਵਿੱਚ ਜਿੱਤ ਹੋਈ ਹੈ ਜੀ ਆਮ ਆਦਮੀ ਪਾਰਟੀ ਦੀ, ਲੇਕਿਨ ਅੱਗੇ ਉਹ ਸੀਟਾਂ ਜਿਹੜੀਆਂ ਘਟ ਗਈਆਂ। ਮੈਂ ਵਧਾਈ ਦਿੰਦਾ ਸਭ ਨੂੰ ਜੀ ਕਿ ਆਮ ਆਦਮੀ ਪਾਰਟੀ ਜਿੱਤ ਹੋਈ ਹੈ ਐਮਸੀਡੀ 'ਚ। ਅਸੀਂ ਮਿਹਨਤ ਕਰਾਂਗੇ ਔਰ ਜਿਹੜੇ ਅਸੀਂ ਕਹਿੰਦੇ ਸੀ ਕਿ ਨੁਕਸ ਹੈਗੇ ਉਹ ਸਾਰੇ ਦੂਰ ਕਰਾਂਗੇ ਔਰ ਬਹੁਤ ਚੰਗਾ ਮੌਕਾ ਸਾਨੂੰ ਦਿੱਲੀ ਦੇ ਲੋਕਾਂ ਨੇ ਦਿੱਤਾ, ਇਨਫੈਕਟ ਚੌਥੀ ਵਾਰ ਲਗਾਤਾਰ ਦਿੱਤਾ ਮੌਕਾ ਹੁਣ, ਤੇ ਅਸੀਂ ਇਸ ਮੌਕੇ ਨੂੰ ਪੂਰਾ ਫਾਇਦਾ ਉਠਾ ਕੇ ਦਿੱਲੀ 'ਚ ਬਹੁਤ ਸੁਧਾਰ ਲਿਆਵਾਂਗੇ। ਹਿਮਾਚਲ ਚੋਣਾਂ 'ਚ ਲੈ ਕੇ ਕਿਸ ਤਰ੍ਹਾਂ ਲੱਗ ਰਿਹਾ ਸਰ? ਦੋਨਾਂ ਚੋਣਾਂ 'ਚ ਕਿਸ ਤਰ੍ਹਾਂ ਦੀ ਜਿੱਤ ਹੋਊਗੀ ਆਮ ਆਦਮੀ ਪਾਰਟੀ ਦੀ? ਕਿੰਨੀਆਂ ਸੀਟਸ ਜਿਹੜੀਆਂ ਉੱਥੇ ਲੱਗਦੇ ਪਏ ਹੋਣਗੇ? ਅਸੀਂ ਜਿੰਨੀਆਂ ਵੀ ਲਾਂਗੇ ਸਾਡੇ ਵਾਸਤੇ ਵਾਧਾ ਹੀ ਹੋਏਗਾ, ਬਿਕੋਜ਼ ਅਸੀਂ ਬਿਲਕੁਲ ਜ਼ੀਰੋ ਤੋਂ ਸ਼ੁਰੂ ਹੋ ਰਹੇ ਹਾਂ। ਸੋ ਜਿੰਨਾ ਵੀ ਸਾਡਾ ਹੋਏਗਾ, ਸਾਡਾ ਪੈਰ ਤਰਾਵ ਹੋਏਗਾ ਉੱਥੇ ਔਰ ਅਗਲੇ ਇਲੈਕਸ਼ਨ ਵਾਸਤੇ ਅਸੀਂ ਫਿਰ ਜ਼ੋਰ ਲਾ ਕੇ ਤਿਆਰੀ ਕਰਾਂਗੇ। ਇਸ਼ੂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਸਰ, ਜਿਹੜਾ ਸਰਕਾਰ ਨੇ ਪ੍ਰਸਤਾਵ ਪਾਸ ਕੀਤਾ ਡਰਿੰਕ ਐਂਡ ਡਰਾਈਵ ਨੂੰ ਲੈ ਕੇ? ਡਰਿੰਕ ਐਂਡ ਡਰਾਈਵ ਤੇ ਬੜੀ ਸਟ੍ਰਿਕਟ ਹਾਂ ਸੀ ਇਸ ਬਾਰੇ, ਮਾਨ ਸਾਹਿਬ ਬੜੇ ਸਟ੍ਰਿਕਟ ਨੇ ਇਸ ਗੱਲ ਬਾਰੇ। ਇਨਫੈਕਟ ਉਹ ਉਹਨਾਂ ਦੀ ਇੰਸਟਰਕਸ਼ਨ ਨੇ ਕਿ ਜਿੰਨੇ ਆ ਬਹੁਤੇ ਲੋਕ ਜੰਜ ਘਰ 'ਚ ਬਹਿ ਕੇ ਪੀਂਦੇ ਨੇ, ਇੱਥੋਂ ਨਿਕਲਦੇ ਨੇ ਬਾਹਰ, ਤੇ ਜਿਵੇਂ ਅਮਰੀਕਾ 'ਚ ਹੁੰਦਾ ਕਿ ਇੱਕ ਬੰਦਾ ਹਮੇਸ਼ਾ ਨਾਲ ਜੇ 6 ਬੰਦੇ ਕਾਰ 'ਚ ਹੋਣ ਤੇ ਇੱਕ ਬੰਦਾ ਘੱਟੋ ਘੱਟ ਉਹ ਹੁੰਦਾ ਜਿਹੜਾ ਸ਼ਰਾਬ ਨਹੀਂ ਪੀਂਦਾ। ਤਾਂ ਉਹੀ ਅਸੀਂ ਚਾਹੁੰਦੇ ਕਿ ਹੁਣ ਵੀ ਕਿ ਇੱਕ ਬੰਦਾ ਕਾਰ 'ਚ ਹੋਵੇ ਜਿਹੜਾ ਸ਼ਰਾਬ ਨਾ ਪੀਂਦਾ, ਭਾਵੇਂ ਬਾਕੀ ਨੇ ਚਲੋ ਪੀਤੀ ਹੋਵੇ ਕਿਉਂਕਿ ਲੀਗਲੀ ਅਲਾਉਡ ਹੈ ਪੀਣੀ। ਪਰ ਸਰ ਲੱਗ ਰਿਹਾ ਕਿ ਜਿਸ ਤਰ੍ਹਾਂ ਮੈਰਿਜ ਪੈਲੇਸ ਦੇ ਬਾਹਰ ਕਹਿ ਰਿਹਾ ਕਿ ਬਾਹਰ ਚੈੱਕ ਹੋਏਗਾ, ਅਗਰ ਮੈਰਿਜ ਪੈਲੇਸ ਕੋਈ ਨਿਕਲੇ ਉਹ ਇੰਪਲੀਮੈਂਟ ਹੋ ਪਾਏਗਾ? ਕਿਉਂ ਨਹੀਂ ਹੋ ਪਾਏਗਾ? ਕਿਉਂ ਨਹੀਂ ਹੋ ਪਾਏਗਾ? ਹੋ ਸਭ ਕੁਝ ਹੋ ਪਾਏਗਾ। ਦੇਖੋ ਤੁਸੀਂ ਨਾਲ ਚਾਹੀਦੇ ਹੋ, ਜਦੋਂ ਪ੍ਰੈਸ ਸਾਡੇ ਨਾਲ ਰਲ ਗਈ ਸਾਨੂੰ ਕੀ ਟੈਨਸ਼ਨ ਹੈ? ਤੁਸੀਂ ਉਸ ਗੱਲ ਨੂੰ ਸਪੋਰਟ ਕਰਨਾ। ਜਿਹੜੇ ਰਾਈਟ ਥਿੰਕਿੰਗ ਪੀਪਲ ਨੇ, ਜਿਨ੍ਹਾਂ ਦੇ ਵਿਚਾਰਿਆਂ ਦੀ ਗਲਤੀ ਨਾ ਹੋਣ ਕਰਕੇ ਵੀ ਉਹ ਸਫਰ ਕਰਦੇ ਨੇ, ਜੋ ਸ਼ਰਾਬੀ ਹੈ ਆਪਣੀ ਕਾਰ ਜਾ ਕੇ ਮਾਰਦਾ ਦੂਜੀ ਕਾਰ 'ਚ ਜਾਂ ਦੂਜੇ ਕਿਸੇ ਸਕੂਟਰ 'ਚ ਜਾਂ ਕਿਸੇ ਹੋਰ ਚੀਜ਼ 'ਤੇ, ਦੂਜੇ ਦੀ ਕੀ ਗਲਤੀ ਹੁੰਦੀ ਆ? ਉਹਨੇ ਕਿਹੜੀ ਪੀਤੀ ਹੁੰਦੀ ਵਿਚਾਰੇ ਨੇ। ਸੋ ਸਾਨੂੰ ਰੋਕਣਾ ਚਾਹੀਦਾ ਹੈ। ਤੁਸੀਂ ਸਵਾਲ ਨਾ ਕਰੋ, ਤੁਸੀਂ ਸਗੋਂ ਤੇ ਕਮੈਂਟ ਕਰੋ ਵੀ ਇਹ ਬਹੁਤ ਚੰਗਾ ਸਲਾਹਕਾਰ ਕਿ ਮਾਨ ਸਾਹਿਬ ਦੀ ਸੋਚ ਹੈ ਕਿ ਅਸੀਂ ਸ਼ਰਾਬ ਪੀ ਕੇ ਇਸ ਤਰ੍ਹਾਂ ਬਾਹਰ ਲੋਕਾਂ ਨੂੰ ਖੁੱਲ੍ਹ ਸ਼ਰੇਆਮ ਕਾਰ ਨਹੀਂ ਚਲਾਉਂਦੇ। ਚੰਡੀਗੜ੍ਹ ਚਲਾਉਂਦਾ ਕਾਰ ਕੋਈ ਇਸ ਤਰ੍ਹਾਂ? ਚੰਡੀਗੜ੍ਹ 'ਚ ਮੈਰਿਜ ਪੈਲੇਸ ਨੇ, ਕਿੱਥੇ ਚਲਾਉਂਦੇ ਆ? ਇੱਕ ਬੰਦਾ ਨਾਲ ਸੂਫੀ ਭਾਇਆ ਉਹਦਾ ਜਿਹੜਾ ਵਾਪਸ ਲੈ ਕੇ ਜਾਂਦਾ ਉਹਨੂੰ। ਵਿਰੋਧੀ ਇਹ ਵੀ ਕਹਿੰਦੇ ਆ ਕਿ ਸਵੇਰੇ ਡਿਸੀਜਨ ਲੈਂਦੇ, ਸ਼ਾਮ ਨੂੰ ਜਿਹੜਾ ਆਮ ਆਦਮੀ ਪਾਰਟੀ ਉਹ ਡਿਸੀਜਨ ਵਾਪਸ ਲੈਂਦੀ, ਕਿ ਡਰਿੰਕ ਡਰਾਈਵ ਮੁੱਦੇ ਤੇ ਇਦਾਂ ਦਾ ਨਹੀਂ ਹੋਊਗਾ ਜੀ, ਹੁਣ ਡਿਸੀਜਨ ਲਿਆ ਫਿਰ ਵਾਪਸ ਹੋ ਜਾਊਗਾ? ਨਹੀਂ, ਡਿਸੀਜਨ ਲੈ ਕੇ ਆਪਾਂ ਸਟੈਂਡ ਵੀ ਸਾਰੇ ਕਰ ਰਹੇ, ਕਿਹੜਾ ਵਾਪਸ ਕਰ ਲਿਆ? ਸਾਰੇ
ਜਿੰਨੇ ਅਸੀਂ ਪਾਲਿਸੀਜ਼ ਲਿਆ ਰਹੇ ਹਾਂ, ਜਿੰਨੀ ਅਸੀਂ ਪੈਨਸ਼ਨ ਦੀ ਪਾਲਿਸੀ ਲਿਆਂਦੀ ਹੈ, ਜਿੰਨੇ ਮੁਲਾਜ਼ਮਾਂ ਨੂੰ ਭਰਤੀ ਕੀਤਾ ਆ, ਜਿਹੜੀ ਅਸੀਂ ਬਿਜਲੀ ਫ੍ਰੀ ਕੀਤੀ ਹੈ, ਤਾਂ ਇਹ ਵਾਪਸ ਥੋੜ੍ਹੀ ਲਏ ਆ, ਇਹ ਲਾਗੂ ਹੋ ਰਿਹਾ। ਹੁਣ 87% ਲੋਕਾਂ ਨੂੰ ਬਿੱਲ ਜ਼ੀਰੋ ਆਇਆ ਜੀ ਇਸ ਮਹੀਨੇ ਨਵੰਬਰ 'ਚ। ਤੁਹਾਨੂੰ ਪਤਾ ਇਸ ਗੱਲ ਦਾ ਕਿ ਨਹੀਂ ਪਤਾ? 84 ਲੱਖ ਘਰਾਂ 'ਚੋਂ 87% ਘਰਾਂ 'ਚ ਬਿੱਲ ਨਹੀਂ ਜੀ ਆਇਆ। ਸੋ ਬੜੀ ਵੱਡੀ ਸਾਡੀ ਉਪਲਬਧੀ ਹੈ। ਇਹਨੂੰ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਵਾਪਸ ਲੈ ਰਹੇ ਹਾਂ? ਕਿੱਥੇ ਵਾਪਸ ਲੈ ਰਹੇ ਗੋਲਡੀ ਬਰਾੜ ਨੂੰ ਲੈ ਕੇ ਸੀਐਮ ਸਾਹਿਬ ਦਾ ਬਿਆਨ ਹੈ, ਕਿਸ ਤਰ੍ਹਾਂ ਦੇਖਦੇ ਹੋ? ਕਿਹੜਾ ਜੀ? ਗੋਲਡੀ ਬਰਾੜ ਨੂੰ ਲੈ ਕੇ ਗੋਲਡੀ ਬਰਾੜ ਦੇਖੋ, ਜਿਹੜੇ ਜੋ ਵੀ ਗੈਂਗਸਟਰ ਹੋਵੇ, ਹਾਲਾਂਕਿ ਜਿਹੜੇ ਗੈਂਗਸਟਰ ਨੇ ਪੈਦਾ 2007 ਦੇ ਬਾਅਦ ਹੀ ਸ਼ੁਰੂ ਹੋਏ ਆ। ਜਦੋਂ 2007 ਸਰਕਾਰ ਬਣੀ ਹੈ ਉਦੋਂ ਹੀ ਬਹੁਤਾ ਨਸ਼ੇ ਦਾ ਕੰਮ ਵਧਿਆ, ਉਦੋਂ ਹੀ ਬਹੁਤਾ ਗੈਂਗਸਟਰਿਜ਼ਮ ਵਧਿਆ। ਲੇਕਿਨ ਇਹ ਨੱਥ ਪਾਉਣਾ ਸਾਡਾ ਰੋਲ ਆਏਗਾ ਆਮ ਆਦਮੀ ਪਾਰਟੀ ਦਾ, ਕਿ ਅਸੀਂ ਇਹਨੂੰ ਕੰਟਰੋਲ ਕਰਾਂਗੇ। ਅਸੀਂ ਉਹਨਾਂ ਨੂੰ ਮੇਨ ਸਟ੍ਰੀਮ 'ਤੇ ਲੈ ਕੇ ਆਵਾਂਗੇ ਜਿਹੜੇ ਬੱਚੇ ਭਟਕੇ ਹੋਏ ਨੇ।